हाँ जी स्टूडेंट्स, सारे ईटीटी 994 ਦੇ ਵਿਦਿਆਰਥੀਆਂ ਦਾ ਸਵਾਗਤ ਹੈ। ਤਾਂ ਅਸੀਂ ਅੱਜ ਆਪਣਾ ਜਿਹੜਾ ਲੈਕਚਰ ਹੈ ਪਹਿਲਾ ਪੰਜਾਬੀ ਦਾ ਜਿਹੜਾ ਪੇਪਰ ਹੈ ਪੇਪਰ ਏ ਉਹਦੇ ਵਿੱਚ ਕਹਾਣੀਕਾਰ ਜਿਹੜੇ ਦਿੱਤੇ ਗਏ ਹਨ ਉਹਨਾਂ ਨੂੰ ਡਿਸਕਸ ਕਰਨਾ ਸਟਾਰਟ ਕਰਨਾ ਹੈ। ਤੇ ਜਿਹੜਾ ਅਸੀਂ ਪਹਿਲਾ ਲੈਕਚਰ ਲੈ ਕੇ ਆਏ ਹਾਂ ਉਹ ਜਿਹੜੇ ਕਹਾਣੀਕਾਰ ਹਨ ਉਹ ਹੈ ਸ਼੍ਰੀ ਵਰਿਆਮ ਸਿੰਘ ਸੰਧੂ ਜੀ। ਵਰਿਆਮ ਸਿੰਘ ਸੰਧੂ ਜਿਹੜੇ ਕਹਾਣੀਕਾਰ ਹਨ ਉਹਨਾਂ ਨੂੰ ਆਪਾਂ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਬੇਸਿਕਲੀ ਥੋੜਾ ਜਿਹਾ ਆਪਾਂ ਨੂੰ ਕਹਾਣੀਕਾਰ ਦੇ ਬਾਰੇ ਜਾਣਨਾ ਚਾਹੀਦਾ ਹੈ ਕਿ ਕਹਾਣੀਕਾਰ ਦੀ ਅਪਰੋਚ ਕੀ ਹੈ, ਉਹ ਕਿਸ ਤਰ੍ਹਾਂ ਸੋਚਦੇ ਹਨ, ਕਿਸ ਤਰ੍ਹਾਂ ਉਹ ਚੀਜ਼ਾਂ ਨੂੰ ਲੈਂਦੇ ਹਨ ਤੇ ਫਿਰ ਜਦੋਂ ਜਿਸ ਤਰ੍ਹਾਂ ਸੋਚਦੇ ਹਨ ਉਹਨੂੰ ਕਿਸ ਤਰ੍ਹਾਂ ਉਹ ਕਾਗਜ਼ ਦੇ ਉੱਤੇ ਉਤਾਰਦੇ ਹਨ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਵਰਿਆਮ ਸਿੰਘ ਸੰਧੂ ਜੀ ਬਾਰੇ ਜਾਣਨਾ ਪਊਗਾ ਕਿ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਹੈ, ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ। ਤਾਂ ਜਿਹੜੇ ਸ਼੍ਰੀ ਵਰਿਆਮ ਸਿੰਘ ਸੰਧੂ ਕਹਾਣੀਕਾਰ ਹੋਏ ਹਨ, ਪੰਜਾਬੀ ਦੇ ਇੱਕ ਬਹੁਤ ਮੁੱਖ ਕਹਾਣੀਕਾਰਾਂ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਹੈ। ਇਹ ਇੱਕ ਮਾਰਕਸਵਾਦੀ ਸੋਚ ਜਾਂ ਮਾਰਕਸਵਾਦੀ ਵਿਚਾਰਧਾਰਾ ਤੋਂ ਇਹ ਪ੍ਰੇਰਿਤ ਹਨ। ਬੇਸਿਕਲੀ ਮਾਰਕਸਵਾਦੀ ਵਿਚਾਰਧਾਰਾ ਇੱਕ ਇਸ ਤਰ੍ਹਾਂ ਦੀ ਵਿਚਾਰਧਾਰਾ ਹੈ ਜਿਹੜੀ ਕਿ ਸਮਾਜ ਦੇ ਵਿੱਚ ਜਿਹੜੀ ਵਰਗ ਵੰਡ ਹੈ ਉਹਦੇ ਉੱਪਰ ਗੱਲ ਕਰਦੀ ਹੈ। ਵਰਗ ਵੰਡ ਦਾ ਕੀ ਮਤਲਬ ਹੈ ਕਿ ਸਮਾਜ ਦੇ ਵਿੱਚ ਪੂੰਜੀਵਾਦੀ ਲੋਕ, ਬਹੁਤ ਜ਼ਿਆਦਾ ਪੈਸੇ ਵਾਲੇ ਲੋਕ, ਫਿਰ ਨਿਮਨ ਵਰਗ ਦੇ ਲੋਕ, ਫਿਰ ਥੱਲੇ ਜਿਹੜਾ ਥੱਲੜਾ ਤਬਕਾ ਹੈ ਗਰੀਬ ਵਰਗ ਹੈ ਉਹਦੇ ਲੋਕ, ਤੇ ਉਸ ਤੋਂ ਵੀ ਥੱਲੇ ਜਿਹੜੇ ਸ਼ੋਸ਼ਿਤ ਵਰਗ ਹੈ ਉਹਨਾਂ ਦੀ ਗੱਲ ਇਹ ਮਾਰਕਸਵਾਦੀ ਵਿਚਾਰਧਾਰਾ ਕਰਦੀ ਹੈ। ਮਾਰਕਸ ਜਿਹੜਾ ਹੈ ਇੱਕ ਚਿੰਤਕ ਹੋਇਆ ਜਰਮਨੀ ਦਾ। ਉਹਨੇ ਸਮਾਜ ਦੇ ਵਿੱਚ ਜਿਹੜੀ ਕਲਾਸਿਸ ਦੀ ਵੰਡ ਹੈ, ਵਰਗਾਂ ਦੀ ਵੰਡ ਹੈ ਉਹਦੇ ਉੱਤੇ ਗੱਲ ਕੀਤੀ ਹੈ ਤੇ ਉਹਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਉੱਚੇ ਵਰਗ ਹਨ ਜਿਹੜੇ ਉਹ ਕਿਵੇਂ ਹੇਠਲੇ ਵਰਗਾਂ ਨੂੰ ਸ਼ੋਸ਼ਿਤ ਕਰਦੇ ਹਨ, ਉਹਨਾਂ ਨੂੰ ਦਬਾਉਂਦੇ ਹਨ, ਕੁਚਲਦੇ ਹਨ ਤੇ ਇਹਨਾਂ ਤੋਂ ਕਿਸ ਤਰ੍ਹਾਂ ਸ਼ੋਸ਼ਿਤ ਵਰਗ ਛੁਟਕਾਰਾ ਪਾ ਸਕਦਾ ਹੈ। ਇਹ ਸਾਰੀ ਵਿਚਾਰਧਾਰਾ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਜਿਹੜੇ ਸਾਡੇ ਕਹਾਣੀਕਾਰ ਹਨ ਵਰਿਆਮ ਸਿੰਘ ਸੰਧੂ ਉਹ ਲਿਖਦੇ ਹਨ ਬੇਸਿਕਲੀ। ਤਾਂ ਆਪਾਂ ਨੂੰ ਇਹ ਗੱਲ ਕਲੀਅਰ ਹੁੰਦੀ ਹੈ ਕਿ ਜਿਹੜਾ ਕਹਾਣੀਕਾਰ ਵਰਿਆਮ ਸਿੰਘ ਸੰਧੂ ਹੈ ਉਹ ਮਾਰਕਸਵਾਦੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦਾ ਹੈ। ਮਾਰਕਸਵਾਦੀ ਵਿਚਾਰਧਾਰਾ ਕੀ ਹੈ ਉਹ ਤੁਹਾਨੂੰ ਮੈਂ ਹੁਣੇ ਦੱਸਿਆ ਹੈ। ਮਾਰਕਸਵਾਦੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਹੋਏ ਇਹਨਾਂ ਨੇ ਜਿਹੜੀ ਕਹਾਣੀਆਂ ਲਿਖੀਆਂ ਉਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਕਿ ਉਹ ਪੰਜਾਬ ਦੇ ਰਹਿਣ ਵਾਲੇ ਸਨ, ਤਾਂ ਪੰਜਾਬ ਦਾ ਜਿਹੜਾ ਨਿਮਨ ਵਰਗ ਹੈ, ਪੰਜਾਬ ਦੇ ਵਿੱਚ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ, ਸੂਬਾ ਰਿਹਾ ਹੈ, ਠੀਕ ਹੈ। ਹੁਣ ਸਮੇਂ ਦੇ ਨਾਲ ਨਾਲ ਜਿਹੜੀ ਕਿਸਾਨੀ ਹੈ ਉਹ ਬਦਲ ਰਹੀ ਹੈ ਤੇ ਘਟ ਵੀ ਹੁੰਦੀ ਜਾ ਰਹੀ ਹੈ। ਪਰ ਜਿਸ ਟਾਈਮ ਇਹਨਾਂ ਤੇ ਲੇਖ ਲਿਖੇ ਗਏ, ਕਹਾਣੀਆਂ ਲਿਖੀਆਂ ਗਈਆਂ ਸਨ, ਉਸ ਟਾਈਮ ਇਹਨਾਂ ਨੇ ਜਿਹੜੀ ਛੋਟੀ ਕਿਸਾਨੀ ਹੈ ਉਹਦੇ ਉੱਪਰ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ। ਜਿਹੜੀ ਛੋਟੀ ਕਿਸਾਨੀ ਹੈ ਜਾਂ ਜਿਹੜਾ ਸਮਾਜ ਦਾ ਥੱਲੜਾ ਤਬਕਾ ਹੈ, ਗਰੀਬ ਤਬਕਾ ਹੈ, ਸ਼ੋਸ਼ਿਤ ਤਬਕਾ ਹੈ, ਉਹਦੇ ਉੱਪਰ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ। ਤਾਂ ਡੈਫੀਨੇਟਲੀ ਜੇ ਇਹ ਕੋਈ ਪ੍ਰਸ਼ਨ ਬਣਦਾ ਹੈ ਕਿ ਵਰਿਆਮ ਸਿੰਘ ਸੰਧੂ ਜੀ ਨੇ ਕਿਸ ਉੱਪਰ ਲਿਖਿਆ, ਤਾਂ ਉਹਨਾਂ ਨੇ ਮਾਰਕਸਵਾਦੀ ਵਿਚਾਰਧਾਰਾ ਨਾਲ ਓਤ-ਪ੍ਰੋਤ ਹੁੰਦੇ ਹੋਏ ਸਮਾਜ ਦੇ ਸ਼ੋਸ਼ਿਤ ਵਰਗ ਦੇ ਉੱਤੇ, ਪੰਜਾਬ ਦੀ ਛੋਟੀ ਕਿਸਾਨੀ ਦੇ ਉੱਤੇ, ਨਕਸਲਵਾੜੀ ਦੇ ਉੱਤੇ ਉਹਨਾਂ ਨੇ ਲਿਖਿਆ। ਨਕਸਲਵਾੜੀ ਵੀ ਇੱਕ ਲਹਿਰ ਹੈ ਜਿਹੜੀ ਕਿ 70 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਚੱਲੀ। ਨਕਸਲਵਾੜੀ ਇੱਕ ਬੇਸਿਕਲੀ ਪਿੰਡ ਹੈ ਪੱਛਮੀ ਬੰਗਾਲ ਦੇ ਵਿੱਚ, ਜਿੱਥੇ ਕਿ ਕੁਝ ਲੋਕਾਂ ਨੇ ਕਮਿਊਨਿਸਟ ਪਾਰਟੀ ਆਫ ਚੀਨ ਦੀ ਮਦਦ ਨਾਲ ਕਹਿ ਲਓ ਜਾਂ ਫਿਰ ਕਮਿਊਨਿਸਟ ਪਾਰਟੀ ਆਫ ਚਾਈਨਾ ਜਿਹੜਾ ਹੈ ਉਹਨਾਂ ਦੇ ਲੀਡਰਾਂ ਤੋਂ ਪ੍ਰੇਰਿਤ ਹੋ ਕੇ ਜਾਂ ਫਿਰ ਉਸ ਤੋਂ ਵੀ ਪਹਿਲਾਂ ਜਿਨ੍ਹਾਂ ਨੇ ਇਹ ਵਿਚਾਰਧਾਰਾ ਦਿੱਤੀ ਸੀ ਕਮਿਊਨਿਜ਼ਮ ਦੀ, ਉਹ ਸੀਗੇ ਮਾਓ। ਤਾਂ ਉਹਨਾਂ ਨੂੰ ਮਾਓਵਾਦੀ ਵੀ ਕਿਹਾ ਜਾਂਦਾ ਹੈ। ਉਹਨਾਂ ਦੀ ਵਿਚਾਰਧਾਰਾ ਤੋਂ ਓਤ-ਪ੍ਰੋਤ ਹੋ ਕੇ ਜਿਹੜਾ ਸੰਘਰਸ਼ ਵਿੱਢਿਆ, ਉਹੀ ਸੰਘਰਸ਼ ਪੰਜਾਬ ਦੇ ਵਿੱਚ ਵੀ ਪਹੁੰਚਿਆ ਤੇ ਪੰਜਾਬ ਦੇ ਵਿੱਚ ਵੀ ਨਕਸਲਵਾੜੀ ਲਹਿਰ ਹੈ ਜਿਹੜੀ ਉਹ ਸ਼ੁਰੂ ਹੋ ਗਈ। ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਵੀ ਹੋਊਗੀ ਕਿ ਇਹ ਕਹਾਣੀਕਾਰ ਜੋ ਲਿਖਦਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ। ਇਹ ਖੁਦ ਵੀ ਕਿਸੇ ਟਾਈਮ ਨਕਸਲਵਾੜੀ ਲਹਿਰ ਦੇ ਵਿੱਚ ਕੁੱਦ ਗਏ ਸਨ। ਤਾਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਇੱਕ ਜੁਝਾਰੂ ਅਪਰੋਚ ਵਾਲਾ ਆਸ਼ਾਵਾਦੀ ਕਹਾਣੀਕਾਰ ਹੈ। ਉਹੀ ਗੱਲਾਂ ਆਪਾਂ ਇੱਥੇ ਸਲਾਈਡ ਦੇ ਵਿੱਚ ਦੇਖ ਰਹੇ ਹਾਂ ਜੋ ਆਪਾਂ ਲਿਖਿਆ ਹੈ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲੀ ਮਾਰਕਸਵਾਦ ਦੀ ਗੱਲ ਕੀਤੀ ਹੈ ਉਹੀ ਆਪਣੀ ਪਹਿਲੀ ਲਾਈਨ ਆਪਾਂ ਆਪਣੀ ਸਲਾਈਡ ਦੇ ਵਿੱਚ ਦਿੱਤੀ ਹੈ। ਸਲਾਈਡ ਤਾਂ ਬਣਾ ਕੇ ਲੈ ਕੇ ਆਏ ਹਾਂ ਕਿ ਤੁਸੀਂ ਇਹਦੇ ਸਕਰੀਨਸ਼ਾਟਸ ਲੈ ਕੇ ਫਟਾਫਟ ਮੌਕੇ 'ਤੇ ਜਦੋਂ ਰਿਵਾਈਜ਼ ਕਰਨਾ ਹੈ ਤਾਂ ਕਰ ਸਕਦੇ ਹੋ। ਤੁਹਾਨੂੰ ਉਸ ਟਾਈਮ
जो टाइम शॉर्ट होगा पेपर के बिल्कुल कोले या पेपर वाले दिन उस टाइम तुसी वीडियो देखने की बजाय इन्हां स्क्रीनशॉट्स ਨੂੰ फटाफट आइडिया लेना राइट। ਇਹ देखो कहते कि श्री ਵਰਿਆਮ ਸਿੰਘ ਸੰਧੂ आशावाद ਵਿੱਚ यकीन रखने वाले एक मार्क्सवादी लेखक हैं। वो आप गल कर चुके हैं, मार्क्सवाद का कंसेप्ट भी आप देख चुके हैं कि वो की है। ओके कहता कि उन्होंने पंजाब की छोटी किसानी उत्ते बहुत समर्थ कथाकारी की है, यानी कि इन्हां दा विषय वस्तु की रही है, काफ़ी सारी विषय वस्तु इन्हां दी रह गई, यानी कि विषय वस्तु मतलब जिन्हां विषय के उत्ते लिखणगे उन्हां दे विचों एक मुख विषय वस्तु इन्हां दी की है पंजाब दी छोटी किसानी। ठीक है जी, ਉਹਦੇ ਉੱਪਰ ਇਹ ਗੱਲਬਾਤ ਕਰਨਗੇ ਆਪਣੀ ਕਹਾਣੀਆਂ ਦੇ ਵਿੱਚ। ਓਕੇ ਇਹ ਦੂਸਰਾ ਸਵਾਲ ਤੁਹਾਡਾ ਬਣ ਗਿਆ। ਕਹਿੰਦਾ ਕਿ ਉਹਨਾਂ ਨੇ ਨਿਮਨ ਕਿਸਾਨੀ ਵਰਗ ਜਾਂ ਹੋਰ ਸ਼ੋਸ਼ਿਤ ਵਰਗ ਜਾਂ ਨਿਮਨ ਵਰਗ ਦੀਆਂ ਸਮਾਜਿਕ ਆਰਥਿਕ ਤੇ ਰਾਜਨੀਤਿਕ ਮੁਸ਼ਕਲਾਂ ਦਾ ਕਾਰਨ ਇਸ ਵਰਗ ਦਾ ਜਾਗਰੂਕ ਨਾ ਹੋਣਾ ਦੱਸਿਆ ਹੈ। ਇਹ ਲਿਖਦੇ ਹਨ ਕਿ ਬੇਸਿਕਲੀ ਕੀ ਹੈ ਕਿ ਜਿਹੜੇ ਲੋਕ शोषित वर्ग है या निम्न वर्ग के लोग है या वो लोग जिन्हां कोले संसाधना की कमी है, वो संसाधना की कमी नूं ये लोग ये वर्ग ये मन के चलता है कि साडी किस्मत ही यही चीज है तां करके साडे नाल ऐ हुंदा है। पर इत्थे कहानीकार उन्हां नूं आपदी कहानियां दे थ्रू ये दसना चाहता है कि बेसिकली ये पूरा दा पूरा जिहड़ा चक्कर है गरीबी दा ते अमीरी दा ते वड्डे लोकां दा सम्राट लोकां दा गरीब लोकां दा दबे कुचलियां दा ये एक चक्कर मनुख के द्वारा ही बनाया गया है। ये जड़ा चक्कर मनुख के द्वारा बनाया गया है ते मनुख ही इहनूं तोड़नगे ते जेड़े मनुख इहनूं तोड़नगे वो संघर्ष विंडणगे, वो संघर्ष करनगे, समाज दे विच आके लड़नगे ते अपने हकां लई लड़दे होए आपदे हक लैणगे ते वो भी जड़ा बनदा उन्हां नूं संसाधना दे उपर इस्तेमाल करना है, जिहड़ी बनदी जीवन जांच है वो भी मानणगे। इहदी गल एक कहानीकार आपदी कहानियां दे थ्रू करदा है। तो वो ये कह रहा है कि निरापुरा किस्मत के ऊपर ये जिहड़ा वर्ग है वो बैठ के रहता है ते संघर्ष नूं नहीं विंडदा या उन्होंने समझदा नहीं कि इसदा कारण की है, इहदे पिछे दा जो भी साडी ये दुर्दशा या हालात बने हुए हैं। तो उन्होंने बिना विचारे ये वर्ग जिहड़ा है वो आपदी किस्मत समझ के ते ऐ पशुआं वांगू जिंदगी नूं जी के औखा सौखा होके ते आपदी जिंदगी टपा के ते इस संसार तो चला जाता है, जिहड़ा कि उन्होंने नहीं जाना चाहिए। ਇਹਦੀ ਇਹ ਗੱਲ ਆਪਦੀ ਕਹਾਣੀਆਂ ਦੇ ਵਿੱਚ ਦਰਸਾਉਂਦੇ ਹਨ। ਠੀਕ ਹੈ ਜੀ, ਨੈਕਸਟ ਪੁਆਇੰਟ ਹੈ ਕਹਿੰਦਾ ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਇਹ ਦਰਸਾਇਆ ਹੈ ਕਿ ਕਿਸ ਤਰ੍ਹਾਂ ਇਹ ਵਰਗ ਯਾਨੀ ਕਿ ਜਿਹੜਾ ਸ਼ੋਸ਼ਿਤ ਵਰਗ ਹੈ, ਨਿਮਨ ਵਰਗ ਹੈ, ਜਿਹੜਾ ਸਮਾਜ ਦੇ ਵਿੱਚ ਛੋਟੇ ਲੋਕ ਹੈ ਕਿਹਦੇ ਬੇਸ ਤੇ ਸੰਸਾਧਨਾਂ ਦੇ ਬੇਸ ਤੇ ਕਿ ਉਹਨਾਂ ਕੋਲ ਸੰਸਾਧਨਾਂ ਦੀ ਕਮੀ ਹੈ ਜਿਸ ਕਰਕੇ ਉਹ ਗਰੀਬ ਅਖਵਾਉਂਦੇ ਹਨ, ਆਪਣੀਆਂ ਮੁਸ਼ਕਲਾਂ ਲਈ ਆਪਣੀ ਕਿਸਮਤ ਨੂੰ ਦੋਸ਼ੀ ਮੰਨਦਾ ਹੈ। उन्होंने समाज को बेहतर ढंग नाल समझण उपर जोर दिता है। थानू पेपर च सवाल किवें बनूगा, थानू पेपर च सवाल जे ਵਰਿਆਮ ਸਿੰਘ संधू जी दी फॉर एग्जांपल सीधा सवाल आ गया तो जिहड़ी उन्हां दी रचनावां है ਉਹਦੇ ਉੱਪਰ ਪੁੱਛੂਗਾ ਵੀ ਕੀ ਦੀ ਰਚਨਾ ਹੈ, ਇਟ ਇਜ਼ ਓਕੇ। ਹੋਰ ਸਵਾਲ ਨੂੰ ਥੋੜਾ ਜਿਹਾ ਲੈਵਲ ਚੱਕੂਗਾ ਤਾਂ ਲਿਖੂਗਾ ਕਿ ਇਹ ਰਚਨਾ ਦਾ ਵਿਸ਼ਾ ਵਸਤੂ ਕੀ ਹੈ। ਥੋੜਾ ਜਿਹਾ ਹੋਰ ਲੈਵਲ ਸਵਾਲ ਚੱਕੂਗਾ ਤਾਂ ਫਿਰ ਉਹ ਜਿਹੜੀ ਕਹਾਣੀਕਾਰ ਦੀ ਸੋਚ ਹੈ, ਅਪਰੋਚ ਹੈ, ਉਹਦੇ ਉੱਪਰ ਸਵਾਲ ਬਣਾਊਗਾ। ਤੇ ਇਹ ਸਾਰੀਆਂ ਗੱਲਾਂ ਕਹਾਣੀਕਾਰ ਦੀ ਖੁਦ ਦੀ ਸਮਝ ਨੂੰ ਦਰਸਾਉਂਦੀਆਂ ਹਨ ਕਿ ਕਹਾਣੀਕਾਰ ਕੀ ਸਮਝਦਾ ਹੈ ਵਿਸ਼ੇ ਦੇ ਉੱਤੇ ਤੇ ਫਿਰ ਉਹ ਕਿਵੇਂ ਉਸ ਵਿਸ਼ੇ ਨੂੰ ਕਾਗਜ਼ ਦੇ ਉੱਤੇ ਉਤਾਰਦਾ ਹੈ ਆਪਦੀ ਸਮਝ ਦੇ ਅਕੋਰਡਿੰਗ। ਠੀਕ ਹੈ ਜੀ, ਤਾਂ ਇਹ ਸਾਰੇ ਪੁਆਇੰਟਸ ਸ਼੍ਰੀ ਵਰਿਆਮ ਸਿੰਘ ਸੰਧੂ ਜੀ ਬਾਰੇ ਆਪਾਂ ਦੇਖਣੇ ਹੋਣਗੇ। ਠੀਕ ਹੈ ਜੀ, ਇਹ ਸਲਾਈਡ ਦਾ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਆਪਾਂ ਫਿਰ ਨੈਕਸਟ ਸਲਾਈਡ ਦੇ ਉੱਤੇ मूव करते हैं। इस मार्क्सवादी विचारधारा नाल संबंधित रखते हुए कहानीकार नूं आपां डिस्कस करते हैं। ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਇਹ ਕਹਾਣੀਕਾਰ ਹੈ ਬੇਸਿਕਲੀ ਇਹਨੇ ਜ਼ਿਆਦਾ ਲਿਖਣਾ ਸ਼ੁਰੂ ਕੀਤਾ ਤਾਂ ਇਹਨੇ ਗਰੀਬ ਕਿਸਾਨੀ ਦੇ ਉੱਪਰ ਲਿਖਣਾ ਸ਼ੁਰੂ ਕੀਤਾ। ਡੈਫੀਨਿਟਲੀ ਜੇ ਕਿਸਾਨੀ ਹੈ ਤਾਂ ਉੱਥੇ ਜਾਂ ਤਾਂ ਵੱਡਾ ਕਿਸਾਨ ਹੈ ਤੇ ਛੋਟਾ ਕਿਸਾਨ ਹੈ ਜਾਂ ਕੋਈ ਇਹੋ ਜਿਹਾ ਕਿਸਾਨ ਹੈ ਜਿਹਦੇ ਕੋਲੇ ਬਿਲਕੁਲ ਵੀ ਜ਼ਮੀਨ भी नहीं है तो यानी कि जस्ट एक वाही खेत में आके करता है, टिलर का काम करता है ते ਵੱਡਾ ਜਾਂ ਛੋਟਾ ਜ਼ਿਮੀਂਦਾਰ ਵਾਲਾ ਕਨਸੈਪਟ ਹੀ ਕੋਈ ਹੈ ਨਹੀਂਗਾ। ਇਹ ਉੱਥੋਂ ਤੱਕ ਵੀ ਜਾ ਕੇ ਆਪਦੀ ਗੱਲ ਨੂੰ ਕਹਿਣਗੇ। ਕਹਿੰਦੇ ਕਿ ਕਹਾਣੀਕਾਰ ਅਮੀਰ ਜ਼ਿਮੀਂਦਾਰੀ ਅਤੇ ਗਰੀਬ ਕਿਸਾਨੀ ਦੇ ਫਰਕ ਨੂੰ ਆਪਣੀਆਂ ਕਹਾਣੀਆਂ ਵਿੱਚ ਦਰਸਾਉਂਦਾ ਹੈ। यानी कि इस लाइन तो आप विषय वस्तु ਨੂੰ क्लियर कर रहे हैं कि
अमीर जमींदारी ते गरीब किसानी ਨੂੰ ਦਿਖਾਇਆ ਗਿਆ ਹੈ ਇਹਨਾਂ ਦੇ ਦੁਆਰਾ ਆਪਦੀ ਕਹਾਣੀਆਂ ਦੇ ਥਰੂ। ਠੀਕ ਹੈ ਜੀ। ਕਹਿੰਦਾ ਵਰਿਆਮ ਸਿੰਘ ਸੰਧੂ ਜੀ ਨੇ ਸਮਕਾਲੀ ਸਮਾਜ ਯਾਨੀ ਕਿ ਉਸ ਸਮੇਂ ਦੇ ਸਮਾਜ ਦੀ ਉਹ ਗੱਲ ਕਰ ਰਹੇ ਜਿਸ ਟਾਈਮ ਇਹ ਕਹਾਣੀਆਂ ਲਿਖੀਆਂ ਗਈਆਂ ਹਨ। ਵਿਚਲੀ ਵਰਗ ਵੰਡ ਲਈ ਦਿਖਾਇਆ ਹੈ ਅਤੇ ਇਸ ਵੰਡ ਦੇ ਅਨੁਸਾਰ ਉਹ ਵਰਗਾਂ ਦੇ ਵਿਕਸਿਤ ਹੋਣ ਬਾਰੇ ਵੀ ਦੱਸਦੇ। ਆਪਾਂ ਮਾਰਕਸਵਾਦੀ ਵਿਚਾਰਧਾਰਾ ਦੀ ਗੱਲ ਕੀਤੀ ਤਾਂ ਉਤੋਂ ਆਪਾਂ ਵਰਗ ਵੰਡ ਦੀ ਗੱਲ ਕੀਤੀ। ਇਹੀ ਗੱਲਾਂ ਇਹ ਜਿਹੜਾ ਕਹਾਣੀਕਾਰ ਹੈ ਆਪਦੀ ਕਹਾਣੀਆਂ ਦੇ ਵਿੱਚ ਦੱਸਦਾ ਹੈ ਕਿ ਵਰਗ ਵੰਡ ਤੋਂ ਬਾਅਦ ਉਹ ਵਰਗ ਕਿਵੇਂ ਵਿਕਸਿਤ ਹੁੰਦੇ ਹਨ। ਜਿਵੇਂ ਕਿ ਅਮੀਰ ਹੋਰ ਅਮੀਰ ਹੁੰਦਾ ਜਾਂਦਾ ਹੈ, ਗਰੀਬ ਹੋਰ ਗਰੀਬ ਹੁੰਦਾ ਜਾਂਦਾ ਹੈ। ਜਿਹੜਾ ਸ਼ੋਸ਼ਿਤ ਵਰਗ ਹੈ ਉਹਦਾ ਹੋਰ ਖੂਨ ਚੂਸਿਆ ਜਾਂਦਾ ਹੈ ਤੇ ਜਿਹੜਾ ਅਮੀਰ ਵਰਗ ਹੈ ਉਹ ਹੋਰ ਜ਼ਿਆਦਾ ਸੰਭ੍ਰਾਂਤ ਹੁੰਦਾ ਜਾਂਦਾ ਹੈ। ਇਹ ਇਸ ਤਰ੍ਹਾਂ ਵਿਕਾਸ ਹੁੰਦਾ ਹੈ। ਜੇ ਇਹਦੇ ਵਿੱਚ ਇੱਕ ਤੀਸਰਾ ਵਰਗ ਹੈ ਮੱਧ ਵਰਗ, ਜਿਹੜੇ ਦੇ ਵਿੱਚ ਇੱਕ ਤੀਸਰਾ ਵਰਗ ਹੋ ਰਿਹਾ ਉਹ ਹੈ ਮੱਧ ਵਰਗ। ਮੱਧ ਵਰਗ ਜਿਹੜਾ ਹੈ ਉਹ ਇੱਕ ਇਸ ਤਰ੍ਹਾਂ ਦਾ ਵਰਗ ਹੈ ਜਿਹਦੇ ਕੋਲ ਨਾ ਤਾਂ ਇੰਨਾ ਹੈ ਕਿ ਉਹ ਆਪਦੇ ਆਪ ਨੂੰ ਅਮੀਰ ਕਹਿ ਸਕੇ, ਆਪਦੇ ਆਪ ਨੂੰ ਇਸ ਤਰ੍ਹਾਂ ਦਿਖਾ ਸਕੇ ਕਿ ਉਹ ਬਹੁਤ ਅਮੀਰ ਹੈ, ਜਾਂ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਸਕੇ ਕਿ ਵੀ ਬਹੁਤ ਹੀ ਸ਼ਾਨੋ ਸ਼ੌਕਤ ਵਾਲੀ ਐਸ਼ੋ ਆਰਾਮ ਵਾਲੀ ਉਹ ਜ਼ਿੰਦਗੀ ਜੀ ਰਿਹਾ। ਨਾ ਹੀ ਉਹ ਇੰਨਾ ਗਰੀਬ ਹੈ ਕਿ ਰੋਟੀ ਕੱਪੜੇ ਮਕਾਨ ਤੱਕ ਉਹ ਸੀਮਿਤ ਹੈ। ਯਾਨੀ ਕਿ ਕੀ ਹੋ ਰਿਹਾ ਹੈ ਕਿ ਮੱਧ ਵਰਗ ਜਿਹੜਾ ਵਰਗ ਹੈ ਉਹ ਇੱਕ ਇਹੀ ਸੁਪਨਿਆਂ ਦੀ ਦੁਨੀਆ ਦੇ ਵਿੱਚ ਰਹਿੰਦਾ ਹੈ ਤੇ ਹਮੇਸ਼ਾ ਉਹ ਇਸ ਪ੍ਰੋਸੈਸ ਦੇ ਵਿੱਚ ਇਸ ਕੋਸ਼ਿਸ਼ ਦੇ ਵਿੱਚ ਰਹਿੰਦਾ ਕਿ ਕਿਵੇਂ ਉਹ ਹੋਰ ਜ਼ਿਆਦਾ ਅਮੀਰ ਹੋ ਜੇ। ਤੇ ਇਸੇ ਹੀ ਜਿਹੜੀ ਸਾਈਕਲ ਦੇ ਵਿੱਚ ਚੱਕਰ ਦੇ ਵਿੱਚ ਜਿਹਨੂੰ ਕਿ ਆਪਾਂ ਕੁਚੱਕਰ ਕਹਿ ਸਕਦੇ ਹਾਂ, ਇਸ ਕੁਚੱਕਰ ਦੇ ਵਿੱਚ ਉਹ ਆਪਦੀ ਕੀਮਤੀ ਜ਼ਿੰਦਗੀ ਨੂੰ ਗਵਾ ਬੈਠਦਾ ਹੈ ਇਸ ਅਮੀਰੀ ਦੀ ਜ਼ਿੰਦਗੀ ਨੂੰ ਪ੍ਰਾਪਤ ਕਰਨ ਦੇ ਲਈ। ਤਾਂ ਕਰਕੇ ਇੱਥੇ ਵਰਗਾਂ ਦੇ ਵਿੱਚ ਵਰਗ ਜਿਹੜੇ ਹੈ ਸਮਾਜਿਕ ਵਰਗ ਜਿਹੜੇ ਅਮੀਰ ਗਰੀਬ ਮੱਧ ਵਰਗ ਉਹ ਕਿਵੇਂ ਪਿਸਦੇ ਹਨ ਆਪਦੇ ਆਪ ਨੂੰ ਇਸ ਸਮਾਜ ਦੇ ਵਿੱਚ ਹੋਰ ਜ਼ਿਆਦਾ ਸਥਾਪਿਤ ਕਰਨ ਦੇ ਲਈ, ਉਹਦੇ ਬਾਰੇ ਵੀ ਇਹਨਾਂ ਦੀ ਕਹਾਣੀਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ। ਨੈਕਸਟ ਪੁਆਇੰਟ ਹੈ ਇਸ ਕਹਾਣੀਕਾਰ ਯਾਨੀ ਕਿ ਵਰਿਆਮ ਸਿੰਘ ਸੰਧੂ ਜੀ ਦੀ ਕਹਾਣੀਕਾਰ ਦੇ ਕਹਾਣੀਆਂ ਵਿੱਚ ਦਲਿਤ ਚੇਤਨਾ ਨੂੰ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਸ਼ੋਸ਼ਿਤ ਵਰਗਾਂ ਦੀ ਮੁਕਤੀ ਦੇ ਢੰਗ ਤਰੀਕੇ ਵੀ ਸੁਝਾਏ ਹਨ। ਉਸ ਦੀ ਹਰ ਰਚਨਾ ਸਮਾਜ ਮੁਖੀ ਹੈ। ਆਪਾਂ ਇਹ ਗੱਲ ਕੀਤੀ ਹੈ ਕਿ ਇਹ ਬਿਲਕੁਲ ਜ਼ਮੀਨ ਨਾਲ ਜੁੜਿਆ ਹੋਇਆ ਇੱਕ ਕਹਾਣੀਕਾਰ ਹੈ। ਇੰਨੇ ਦੇਸੀ ਤਰੀਕੇ ਨਾਲ ਇਹਨਾਂ ਨੇ ਆਪ ਦੀ ਗੱਲਾਂ ਨੂੰ ਕਹਾਣੀਆਂ ਦੇ ਵਿੱਚ ਦਿੱਤਾ ਹੈ, ਲਿਖਿਆ ਹੈ ਕਿ ਬਿਲਕੁਲ ਕਿ ਇਨਸਾਨ ਕਿਵੇਂ ਪਸ਼ੂਆਂ ਨੂੰ ਵਾਂਗੂ ਜੀਂਦੇ ਹਨ ਪੇਂਡੂ ਬੰਦੇ, ਤੇ ਉਹਨਾਂ ਦੀ ਜਿਸ ਤਰ੍ਹਾਂ ਦੀ ਇਹ ਸ਼ਬਦਾਵਲੀ ਇਸਤੇਮਾਲ ਕਰਦੇ ਹੋ ਬਿਲਕੁਲ ਹੀ ਦੇਸੀ ਪੇਂਡੂ ਸ਼ਬਦਾਵਲੀ ਆਪਦੇ ਕਹਾਣੀਆਂ ਦੇ ਵਿੱਚ ਇਸਤੇਮਾਲ ਕਰਦੇ ਹਨ। ਉਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਹੈ ਕਿ ਬੇਸਿਕਲੀ ਇਹ ਜਿਹੜੇ ਸਮਾਜ ਦਾ ਮੁੱਖ ਅੰਗ ਹੈ, ਕਿਉਂਕਿ ਜਿਹੜੇ ਗਰੀਬ ਅਮੀਰ ਲੋਕ ਹੈ ਉਹ ਜ਼ਿਆਦਾ ਅਮੀਰ ਲੋਕ ਹੈ, ਉਹ ਤਾਂ ਸ਼ਾਇਦ 1% ਵੀ ਨਹੀਂ ਹੋਣੇ। ਜ਼ਿਆਦਾਤਰ ਤਾਂ ਦੁਨੀਆ ਕੀ ਹੈ ਮੱਧ ਵਰਗ ਹੈ, ਹੋਰ ਕੀ ਹੈ ਗਰੀਬ ਵਰਗ ਹੈ, ਉਸ ਤੋਂ ਬਾਅਦ ਥੱਲੇ ਕੀ ਹੈ ਸ਼ੋਸ਼ਿਤ ਵਰਗ ਹੈ। ਤਾਂ ਇਹਨਾਂ ਸਾਰਿਆਂ ਦੇ ਬਾਰੇ ਉਹ ਲਿਖਦਾ ਹੈ। ਜਿਹੜਾ ਉਹ ਅਮੀਰ ਵਰਗ ਹੈ ਉਹਨੂੰ ਜਸਟ ਕੰਪੇਅਰ ਕਰਨ ਦੇ ਲਈ ਉਹ ਚੱਕਦਾ ਹੈ ਇਹਨਾਂ ਵਰਗਾਂ ਦੇ ਨਾਲ ਜਿਹੜੇ ਕਿ ਹਨ ਸ਼ੋਸ਼ਿਤ ਵਰਗ, ਅਤੀ ਗਰੀਬ, ਫਿਰ ਮੱਧ ਵਰਗ। ਠੀਕ ਹੈ ਜੀ। ਕਹਿੰਦਾ ਕਿ ਵਰਤਮਾਨ ਵਿਸ਼ਵੀਕਰਨ ਦੇ ਦੌਰ ਵਿੱਚ ਉਹ ਮਾਰਕਸਵਾਦ ਦੇ ਅਨੁਸਾਰ ਸਮਾਜ ਚਿੰਤਨ ਦਾ ਹਾਮੀ ਹੈ। ਵਿਸ਼ਵੀਕਰਨ ਇੱਕ ਨਵਾਂ ਪੁਆਇੰਟ ਇਹਦੇ ਵਿੱਚ ਲੈ ਕੇ ਆਏ ਆ ਆਪਾਂ। ਉਹ ਕਿਉਂ ਲੈ ਕੇ ਆਏ ਆ? ਕਿਉਂਕਿ ਅੱਜ ਦੁਨੀਆ ਕੁਝ ਹੋਰ ਹੈ। ਅੱਜ ਤੋਂ 40 ਜਾਂ 50 ਸਾਲ ਪਹਿਲਾਂ ਜਦੋਂ ਇਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਉਦੋਂ ਦੁਨੀਆ ਕੁਝ ਹੋਰ ਸੀ। ਬਾਅਦ ਚੋਂ ਪੂੰਜੀਵਾਦ ਨੇ ਵਿਸ਼ਵੀਕਰਨ ਦਾ ਰੂਪ ਧਾਰਿਆ। ਵਿਸ਼ਵੀਕਰਨ ਦਾ ਮਤਲਬ ਕੀ ਹੈ ਕਿ ਦੁਨੀਆ ਦੇ ਵਿੱਚ ਸਾਰੇ ਕਿਤੇ ਫੈਲਿਆ ਜਾਵੇ, ਪੂੰਜੀਵਾਦ ਨੂੰ ਫੈਲਾਇਆ ਜਾਵੇ ਤੇ ਉਸ ਪੂੰਜੀਵਾਦ ਨੂੰ ਫੈਲਾਉਂਦੇ ਹੋਏ ਵਿਸ਼ਵ ਨੂੰ ਸਾਰੇ ਨੂੰ ਇਕੱਠਾ ਕਰ ਦਿੱਤਾ ਜਾਵੇ ਤੇ ਵਿਸ਼ਵ ਦੇ ਸਾਰੇ ਸੰਸਾਧਨਾਂ ਦਾ ਇਕੱਠੇ ਤੌਰ ਤੇ ਇਸਤੇਮਾਲ ਕੀਤਾ ਜਾਵੇ, ਜਾਂ ਇਹ ਕਹਿ ਲਓ ਕਿ ਉਹਨੂੰ ਨਿਚੋੜਿਆ ਜਾਵੇ। ਉੱਥੇ ਅਲਟੀਮੇਟਲੀ ਨਿਚੜਨਾ ਕਿਹਨੇ ਹੈ? ਜਿਹੜਾ ਕਿ ਗਰੀਬ ਤਬਕਾ ਹੈ, ਜਿਹੜੇ ਕਿ ਥੱਲੜੇ ਵਰਗ ਦੇ ਲੋਕ ਹਨ। ਅਲਟੀਮੇਟਲੀ ਉਹਨਾਂ ਨੂੰ ਵੀ ਇਸ ਵਿਸ਼ਵੀਕਰਨ ਦੇ ਵਿੱਚ ਇਸਤੇਮਾਲ ਕੀਤਾ ਜਾਣਾ ਹੈ। ਪਰ ਦੁਨੀਆ ਦੀ ਦੌੜ ਦੇ ਵਿੱਚ ਇਹ ਲੱਖਾਂ ਕਰੋੜਾਂ ਦੀ ਜਿਹੜੀ ਦੁਨੀਆ ਹੈ ਉਹ ਇਹਦਾ ਹਿੱਸਾ ਬਣੀ ਹੋਈ ਹੈ। ਤਾਂ ਇੱਕ ਲੇਖਕ, ਇੱਕ ਕਹਾਣੀਕਾਰ ਜਾਂ ਇੱਕ ਸੂਝਵਾਨ ਵਿਅਕਤੀ ਸਿਰਫ ਸੋਚ ਕੇ ਆਪਦੀ ਗੱਲ ਨੂੰ ਕਹਿ ਸਕਦਾ ਹੈ ਜਾਂ ਲਾਗੂ ਕਰ ਸਕਦਾ ਆਪਦੇ ਆਪ ਉੱਪਰ ਜਾਂ ਉਹਦੇ ਆਸੇ-ਪਾਸੇ ਦੇ ਜਿਹੜੇ ਲੋਕ ਹਨ ਉਹਨਾਂ ਦੇ ਉੱਪਰ। ਤਾਂ ਇਸ ਪੁਆਇੰਟ ਦੇ ਵਿੱਚ ਉਹ ਇਹ ਕਹਿ ਰਹੇ ਹਨ ਕਿ ਵਿਸ਼ਵੀਕਰਨ ਦੇ ਅੱਜ ਇਸ ਦੌਰ ਦੇ ਵਿੱਚ ਵੀ ਜਿਹੜੇ ਕਹਾਣੀਕਾਰ ਹਨ ਵਰਿਆਮ ਸਿੰਘ ਸੰਧੂ ਜੀ, ਉਹ ਮਾਰਕਸਵਾਦੀ ਚਿੰਤਨ ਨੂੰ ਆਪਦੀ ਗੱਲਾਂ ਦੇ ਵਿੱਚ ਲੈ ਕੇ ਆਉਂਦੇ ਹਨ ਤੇ ਮਾਰਕਸਵਾਦੀ ਅਪਰੋਚ ਹੈ ਜਿਹੜੀ, ਜਿਹਦਾ ਕਿ ਸਿੱਧਾ ਮਤਲਬ ਹੈ
कि जिहड़ा धक्का है समाज का ਉਹਨੂੰ ਆਪਾਂ संघर्ष के नाल रोकना है। ਉਹਦੀ ਇਹ ਗੱਲ ਕਰਦੇ ਹਾਂ। कहना कहानीकार ਦੀਆਂ कहानियां ਦੇ विषय वस्तु हैं, बहुत इंपॉर्टेंट पॉइंट है, सवाल बनूगा ਇਹਦੇ ਵਿੱਚੋਂ की कुछ विषय वस्तु चुके गए हैं। पंजाबी किसानी दी होंद, यानी कि पंजाबी किसानी जिहड़ी पंजाबी छोटी किसानी है ਉਹਦੇ ਉੱਪਰ ਇਹਨਾਂ ने बहुत कुछ लिखा है। इस दी स्थिति समकालीन स्थिति उस समय दी जिहड़ी स्थिति है ਉਹਦੇ ਉੱਪਰ लिखते रहे हैं। नक्सलवाड़ी लहर के ऊपर भी इन्होंने कहानियां लिखियां। नक्सलवाड़ी लहर की है आप डिस्कस कर चुके हैं। उस बाद कम्यूनिस्ट विचारधारा, ये जिन्ने भी लोग हैं ये सारे कम्यूनिस्ट कहलाते हैं, जेडे के मार्क्स नू फॉलो करते हैं। बेसिकली एक कम्यून शब्द तो आया, ये ऊपर एक अलग तो टॉपिक देखांगे कम्यूनिज्म के उत्ते। तो कम्यूनिस्ट विचारधारा नाल ये संबंध रखते हैं। इन्हां दा इस विचारधारा का प्रगटाव अपनी कहानियां के थ्रू दिंदे हैं। उस तो बाद आ गया विश्वीकरण, कि विश्वीकरण के ऊपर भी इन्होंने लिखा है कि विश्वीकरण के की नुकसान हैं ते की फायदे हैं। ठीक है जी, ये इन्हां दी विषय वस्तु है जेड़ा कि इन्हां दी कहानियां दे विच तुहानूं देखण नूं मिलेगा। नेक्स्ट स्लाइड ते चलते हैं। इस स्लाइड दा तुसीं स्क्रीनशॉट ले लो ताकि लास्ट मोमेंट तुसीं इहनूं रिवाइज कर सको। ओके, मैं इहनूं होर क्लीयर कर देना जेड़े ये वाइट ओके। नेक्स्ट देखो, इत्थों हुण तुहाडे जिहड़े सवाल उठण दे पूरे चांस बनणगे। ठीक है जी, जो डायरेक्ट सवाल आऊगा तो फिर ऐ सवाल आएंगे कि कहानी संग्रह किहड़े-किहड़े है। इन्हां दे एक कहानी संग्रह है बेसिकली, मतलब इन्हां दे विच हर कहानी संग्रह दे विच किस 5 कहानियां, किस 10 कहानियां, किस 7 कहानियां, ऐ करके कहानियां दे ग्रुप बनाए गए हैं ते उस किताब उस संग्रह नूं किताब के रूप में पेश किया गया है। तो जेडे बरियाम सिंह संधू जी कहानीकार हैं, इन्हां दा पहला कहानी संग्रह छपया वो सीगा लोहे दे हाथ। सवाल बन चुका कि सब तो पहला कहानी संग्रह इन्होंने केड़ा पेश किया, तो लोहे दे हाथ कहानी संग्रह इन्होंने पेश किया साल 1971 दे विच। उस तो बाद इन्होंने अंग संग कहानी संग्रह पेश किया साल 1979 दे विच, जेड़ा कि तुहाडिया पंजाब स्कूल एजुकेशन बोर्ड की जी बुक है ਉਹਦੇ ਵਿੱਚ भी एक कहानी ਨੂੰ ऐड किया गया है जिन्हों कि आप चित्रित करांगे। इस कहानी ਨੂੰ मैं पात्रा सहित लेके आऊंगा ਤੇ ਉਹਨੂੰ ਆਪਾਂ डिस्कस करांगे। ठीक है, क्योंकि ਉਹਦੇ ਉੱਪਰ भी फिर सवाल बनने के चांसेस होंगे। नेक्स्ट ਜਿਹੜੀ कहानी संग्रह है वो है भजियां बाही। ये साल 1987 ਦੇ ਵਿੱਚ पब्लिश किया गया, इन्हां ਦੇ द्वारा लिखी गई ਜਿਹੜੀ कहानी संग्रह है भजियां बाही। चौथी वेरी इंपॉर्टेंट चौथी कूट, इन्होंने इस कहानी संग्रह ने ते बेसिकली चौथी कूट कहानी ने इन्होंने विश्व पद्धर के उत्ते पहचान दवाई ते इन्होंने भारती जड़ा साहित्य अकादमी पुरस्कार है, साहित्य अकादमी पुरस्कार इन्होंने दिता गया। किस लिए? चौथी कूट कहानी संग्रह लई साल 1998 जिहड़ी पब्लिश हुई ते 2000 दे विच इन्हां नूं यह प्राइज दिता गया। ठीक है जी, साल 2000 दे विच। वेरी इंपॉर्टेंट चौथी कूट कहानी नूं भी आपां चित्रित करांगे, इहनूं भी आपां डिस्कस करांगे। इहदे जिन्ने भी कहानी दे पात्र हैं उन्हां नूं डिस्कस करांगे, कहानी दा सार की निकलदा उहनूं डिस्कस करांगे। नेक्स्ट है तुहाडा तिलफुल कहानी संग्रह। ये जिहड़ा कहानी संग्रह है ये साल 2000 दे विच पब्लिश किया गया। ते नेक्स्ट है तुहाडा जमरौद, ये साल 2001 दे विच दिता गया। तो ये इंपॉर्टेंट कहानी संग्रह है, सीधा तुसीं याद करना है, इहनूं बार-बार रिवाइज करके ही तुसीं इहनूं याद कर सकते हो। लोहे दे हथ, अंग संग, भजियां बाही, चौथी कूट, तिल फुल, जमरौद, ये सारे कहानी संग्रह किन्हां दे लिखे हुए हैं? किन्हां दे लिखे हुए हैं? आप तो जवाब लो। थैंक यू। नेक्स्ट स्लाइड पे आप चलते हैं। यस, जिन्हें भी इन्हां दी बुक्स है उहदे उपर आपां गल करनी है। ये इन्हां दी स्वै जीवनी है। गुफा विचली उड़ान पूछा जा सकता है। थानू 4 बुक्स दे दूंगा, 4 बुक्स के नाम दे दूंगा। ਉਹਦੇ ਵਿੱਚ हो सकता है कि 2 कहानियां होण, एक वार्तक होवे ते एक ਉਹਨਾਂ ਦੀ स्वै जीवनी होवे या एक ਤੁਹਾਡੀ ਕੀ ਕਹਿੰਦੇ ਉਹਨੂੰ आलोचना होवे। कहानी की हुंदी है, आलोचना की हुंदी है, गल्प की हुंदा है, वार्तक की हुंदा है, ਇਹਦੇ ਉੱਪਰ ਆਪਾਂ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਆਵਾਂਗੇ। ठीक है जी, पर कहानी का सिंपल मतलब यह है कि ਜਿਹੜਾ ਲਿਖਣ ਵਾਲਾ ਹੈ ਉਹ ਆਪਦੀ ਗੱਲ ਨੂੰ व्याकरणक रूप ਦੇ ਵਿੱਚ, क्योंकि गद ते पद 2 राइटिंग स्टाइल है पंजाबी ਦੇ ਵਿੱਚ, ਜਦੋਂ गद ਨੂੰ ਉਹ व्याकरणक रूप ਦੇ ਕੇ ਲਿਖਦਾ ਹੈ ਤਾਂ ਉਹ कहानी ਦਾ रूप ਲੈ ਜਾਂਦਾ है। ठीक है जी, ओके।
कहता कि सफरनामे दे विच की लिखा गया है, परदेसी पंजाब ते वगदी ए रावी। ये पाकिस्तान जो ये गए तो पाकिस्तान जड़ा भ्रमण करके आए, उन्होंने उस भ्रमण के ऊपर इन्होंने किताब लिखी जिसका नाम है वगदी ए रावी। वगदी ए रावी की है सफरनामा है, ते परदेसी पंजाब भी एक सफरनामा है। ਇਹਦੇ ਵਿੱਚ ਇਹਨਾਂ ਨੇ ਇੰਗਲੈਂਡ ਦੇ ਵਿੱਚ ਜਿਹੜੇ ਹੈ, ਕੈਨੇਡਾ ਦੇ ਵਿੱਚ ਜਿਹੜੇ ਹੈ ਪੰਜਾਬੀ ਹੈ ਜਾਂ ਖੁਦ ਕੈਨੇਡਾ ਦੇਸ਼ ਤੇ ਯੂਐਸਏ ਵਗੈਰਾ ਉਹਨਾਂ ਦੇਸ਼ਾਂ ਦਾ, ਸ਼ਾਇਦ ਯੂਐਸਏ ਡੋਂਟ ਨੋ ਹੈ ਕਿ ਨਹੀਂ ਹੈ, ਇਹ ਦੋ ਦੇਸ਼ ਹੈ ਇੰਗਲੈਂਡ ਤੇ ਇਹ ਕੈਨੇਡਾ, ਰਾਈਟ। ਉਹ ਆਪਾਂ ਦੇਖ ਲਾਂਗੇ। ਇਹ ਦੋ ਸਫਰਨਾਮੇ ਇਹਨਾਂ ਨੇ ਲਿਖੇ, परदेसी पंजाब ਤੇ ਵਗਦੀ ਏ ਰਾਵੀ, ਰਾਈਟ। ਸਵੈ ਜੀਵਨੀ ਆਪਾਂ ਦੇਖ ਚੁੱਕੇ ਹਾਂ, ਗੁਫਾ ਵਿਚਲੀ ਉਡਾਨ, ओके। ये बहुत इंपॉर्टेंट है, पेपर च फसन दे पूरे चांस होंगे, ये तुसी ध्यान रखना है। मशहूर आलोचनावां इन्होंने की लिखिया, कुलवंत सिंह विरक दा कहानी संसार। कुलवंत सिंह विरक एक बहुत बड़े कहानीकार हैं, उन्होंने टिप्पणी की है साडे इस कहानीकार के उत्ते जिन्हां दा नाम है श्री वरियाम सिंह संधू। वो कहते कि भी जो वरियाम सिंह संधू नूं मैं पढ़िया तो मैनूं ये लग्या कि मेरे ते उस कोई ज़्यादा फर्क नहीं हैगा। ऐ समझ लो भी मैं रावी तो उस पार दा ते यह रावी तो इस पार दा, ਉਹਦੇ ਨਾਲ ਥੋੜਾ ਬਹੁਤ ਜਿਹੜਾ ਫਰਕ ਸਾਡੇ ਤੇ ਦਿਖਦਾ ਹੈ ਉਹੀ ਫਰਕ ਦਿਖਦਾ ਹੈ, ਬਾਕੀ ਤਾਂ ਮੈਨੂੰ ਕੋਈ ਫਰਕ ਲੱਗਦਾ ਹੀ ਨਹੀਂ। ਤਾਂ ਕੁਲਵੰਤ ਸਿੰਘ ਵਿਰਕ ਵਰਗੇ ਉੱਗੇ ਜਿਹੜੇ ਕਹਾਣੀਕਾਰ ਹੈ ਉਹਨਾਂ ਨੇ ਵੀ ਇਹਨਾਂ ਦੀ ਤਾਰੀਫਾਂ ਦੇ ਪੁੱਲ ਬੰਨੇ ਹਨ, ਤੇ ਇਹ ਤਾਰੀਫਾਂ ਇਹਨਾਂ ਨੂੰ ਮਿਲਣੀਆਂ ਵੀ ਚਾਹੀਦੀਆਂ ਹਨ ਜਿਸ ਤਰ੍ਹਾਂ ਇਹ ਆਪਦੀ ਕਹਾਣੀਆਂ ਨੂੰ ਲਿਖਦੇ ਹਨ ਤੇ ਡਾਇਰੈਕਟ ਲੋਕਾਂ ਤੱਕ ਪਹੁੰਚਦੇ ਹਨ, ਆਮ ਲੋਕਾਂ ਤੱਕ ਉਹਨਾਂ ਦੀ ਵਿਅਥਾ ਨੂੰ ਸਮਝਦੇ ਹੋਏ ਉਹਨਾਂ ਦੀ ਵਿਅਥਾ ਨੂੰ ਕਾਗਜ਼ ਦੇ ਉੱਤੇ ਉਤਾਰਦੇ ਹਨ ਤੇ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਉਹਨਾਂ ਨੂੰ ਮਦਦ ਕਰਦੇ ਹਨ ਆਪਦੀ ਕਹਾਣੀਆਂ ਦੇ ਥਰੂ। ਉਸ ਤੋਂ ਬਾਅਦ ਜਿਹੜੀ ਨੈਕਸਟ ਇਹਨਾਂ ਦੀ ਆਲੋਚਨਾ ਹੈ ਉਹ ਹੈ ਪੜਿਆ ਵਾਚਿਆ। ਇਹ ਤੁਸੀਂ ਨਾਮ ਯਾਦ ਰੱਖਣੇ, ਇਹ ਸਭ ਤੋਂ ਇੰਪੋਰਟੈਂਟ ਹੈ कि पढ़िया वाचा की है, आलोचना है, सफरनामा या वार्तक या स्वै जीवनी नहीं, राइट। उस बाद वार्तक की है, गुरु नानक पातशाह नूं मिलदे आ वार्तक। ये भी एक पंजाबी साहित्य दा ऐ समझ लो कि लिखण दा एक स्टाइल है। ਉਹਦੇ ਵਿੱਚ बेसिकली की है कि ਜਿਹੜਾ ਲੇਖਕ ਹੈ ਇਸ ਕੇਸ ਕਹਾਣੀਕਾਰ ਦੀ ਆਪਾਂ ਗੱਲ ਕਰੀਏ ਤਾਂ ਉਹ ਆਪਦੀ ਜਿਹੜੀ ਸੂਝ-ਬੂਝ ਹੈ, ਜਿਹੜੀ ਆਪਦੀ ਇੱਕ कल्पनिकता है ਉਹਨੂੰ ਉਹ ਉਸਾਰਦਾ ਹੈ ਕਾਗਜ਼ ਦੇ ਉੱਤੇ ਤੇ ਉਹਦੇ ਨਾਲ ਉਹ ਪੜਨ ਵਾਲੇ ਨੂੰ ਜੋੜਦਾ ਹੈ। ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਜਾ ਰਹੀ ਹੁੰਦੀ ਹੈ ਤਾਂ ਇਹ ਵਾਰਤਕ ਦਾ ਰੂਪ ਲੈ ਜਾਂਦਾ ਹੈ, ਇਸ ਤਰ੍ਹਾਂ ਦਾ ਰਾਈਟਰ, ਠੀਕ ਹੈ ਜੀ। ਇਹਨਾਂ ਦੁਆਰਾ ਰਚਿਆ ਗਿਆ ਜਿਹੜਾ ਵਾਰਤਕ ਹੈ ਉਹ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦੇ ਆ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ, ਇਹ ਬਹੁਤ ਇੰਪੋਰਟੈਂਟ ਇਹਨਾਂ ਦੇ ਰਾਈਟ ਅਪ ਸਨ ਜਿਹੜੇ ਇਹਨਾਂ ਨੇ ਲਿਖੇ ਹਨ। स्वै जीवनी, सफरनामे, आलोचनावां ते वार्तक इन्हां दे नाम पूछे जा सकते हैं, ठीक है जी। ये आपां डिस्कस कीती है। नेक्स्ट चलते हैं, स्क्रीनशॉट ले लो, नेक्स्ट चलते हैं। ओके, ये आप गल पहले कर चुके हैं भाई, ये एक जुझारू अप्रोच दा, जुझारू सोच दा एक कहानीकार है ते गदर मूवमेंट जिहड़ी गदर लहर चली, भारत गुलाम सी उस टाइम, वो भी जुझारू बाबे सीगे, उमर दराज, बाद यंग मुंडे भी ਇਹਦੇ जुड़े ते गदर लहर चला के उन्होंने देश को आजाद कराने की कोशिश की। तो डेफिनेटली कोई बहुत मतलब हैरानी की गल नहीं है कि इन्होंने काफ़ी बाद चो आके गदर बाबियां दे उत्ते या गदरी लहर के उपर रिसर्च की ते फिर उन्होंने उपर भी किताबां लिखियां। तो गदरी लहर के उपर इन्हां द्वारा रचिया गई जिहड़ियां कहानियां हैं उहदे विच गदरी बाबे कौन सन, बेसिकली ये इतिहासिक रूप में लिखिया गई हैं, लेख हैं बेसिकली ये। गदरी बाबे कौन सन? गदरी लहर का चौमुखिया करतार सिंह सराभा, गदर लहर की गाथा, गदरी जरनैल करतार सिंह सराभा, ये चारों किताबां गदर लहर नाल जुड़ियां हुई इन्हां दीयां पुस्तकां है जिहड़ियां कि तुसीं याद रखणियां हन। सवाल बनूगा कि इन्हां विचों किहड़ी किताब इन्हां ने नहीं लिखी या लिखी है गदर लहर के उत्ते। ये चार इंपॉर्टेंट किताबां जिहड़ियां है वो असीं लेके आए हैं, इन्होंने तुसी याद कर लेना है चंगी तरह। उस तो बाद इन्होंने कुछ बुक्स जिहड़ियां हैं उन्होंने संपादित भी किया है, उन्होंने होर ज़्यादा बेटर बनाने की कोशिश इन्होंने की है। वो है करवट, कथा धारा, आत्म अनात्म, कथा रंग ते दायरा। ये इन्हां दी कुछ संपादित कीतियां किताबां हैं जिहड़े कि तुसी याद रखनियां हैं। करवट, कथा धारा, आत्म अनात्म, कथा रंग ते दायरा। ਹੁਣ ਆਪਾਂ ਵਾਪਸ ਇਹਨਾਂ ਦੀ ਕਹਾਣੀਆਂ ਦੇ ਉੱਪਰ ਚੱਲਾਂਗੇ ਤੇ ਉਹ ਵੱਡੀ ਲੰਬੀ ਚੌੜੀ ਲਿਸਟ ਹੈ ਜਿਹਦੀ ਆਪਾਂ ਕੱਲ ਗੱਲ ਕਰਦੇ ਸੀ ਕਿ ਵੀ
20 ਤੋਂ 25 ਕਹਾਣੀਆਂ ਦੀ ਇੱਕ ਲਿਸਟ ਹੈ, ਉਹਦੇ ਵਿੱਚ ਆਪਾਂ 7 ਤੋਂ 8 ਤੇ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ 3 ਤੋਂ 4 ਤੇ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ 1 ਜਾਂ 2 ਤੋਂ ਜਾਵਾਂਗੇ। ਪਰ ਇਹ ਮੰਨ ਕੇ ਚੱਲੋ ਤੁਸੀਂ ਵੀ ਤਕਰੀਬਨ ਇਹ ਜਿਹੜੀਆਂ 8 ਕਹਾਣੀਆਂ 7-8 ਕਹਾਣੀਆਂ ਹੈ ਇਹਨਾਂ ਨੂੰ ਆਪਾਂ ਡਿਸਕਸ ਕਰਨਾ ਹੈ, ਦੇਖਣਾ ਹੈ। ਉਹਦੇ ਵਿੱਚ 3 ਜਾਂ 4 ਨੂੰ ਆਪਾਂ ਚਿਤਰਿਤ ਕਰਾਂਗੇ, ਯਾਨੀ ਕਿ ਉਹਦੇ ਪਾਤਰਾਂ ਦੇ ਬਾਰੇ ਗੱਲ ਕਰਾਂਗੇ, ਉਹਦੇ ਵਿੱਚ ਕੀ ਸਾਰ ਨਿਕਲ ਕੇ ਆਉਂਦਾ ਉਹਦੇ ਬਾਰੇ ਗੱਲ ਕਰਾਂਗੇ, ਉਹਦਾ ਵਿਸ਼ਾ ਵਸਤੂ ਕੀ ਆ ਉਹਦੇ ਬਾਰੇ ਗੱਲ ਕਰਾਂਗੇ। ਠੀਕ ਹੈ ਜੀ, ਓਕੇ। ਹੁਣ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ। ਇਹ ਬਹੁਤ ਇੰਪੋਰਟੈਂਟ ਪੁਆਇੰਟਸ ਤੁਹਾਡੇ ਸ਼ੁਰੂ ਹੋ ਗਏ ਹਨ, ਇਹ ਤੁਸੀਂ ਦੇਖਣਾ, ਇਹਨਾਂ ਨੂੰ ਨੋਟ ਕਰਨਾ ਸ਼ੁਰੂ ਕਰ ਦੇਣਾ ਕਿ ਲੋਹੇ ਦੇ ਹੱਥ ਆਪਾਂ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਕਹਾਣੀ ਸੰਗ੍ਰਹਿ ਲੋਹੇ ਦੇ ਹੱਥ ਹੈ ਇਹ ਜੋ 1972 ਵਿੱਚ ਜਾਰੀ ਹੋਇਆ, ਤਾਂ ਨਕਸਲਵਾੜੀ ਲਹਿਰ ਦੇ ਨਾਲ ਸੰਬੰਧਿਤ ਹੈ ਲੋਹੇ ਦੇ ਹੱਥ। ਬਹੁਤ ਇੰਪੋਰਟੈਂਟ ਪੁਆਇੰਟ ਹੈ, ਵਿਸ਼ਾ ਵਸਤੂ ਦੇਤਾ ਤੁਹਾਨੂੰ ਲੋਹੇ ਦੇ ਹੱਥ ਦਾ ਕੀ ਹੈ, ਨਕਸਲਵਾੜੀ ਲਹਿਰ, ਬਹੁਤ ਇੰਪੋਰਟੈਂਟ ਹੈ। ਅੰਗ ਸੰਗ ਸਮਾਜਿਕ ਚੇਤਨਾ ਉੱਪਰ ਲਿਖਿਆ ਗਿਆ ਹੈ, ਸਮਾਜ ਨੂੰ ਜਗਾਉਣ ਦੀ ਜਿਹੜੀ ਲੇਖਕ ਦੀ ਇੱਕ ਹੁੰਦੀ ਹੈ ਕਿ ਵੀ ਉਹ ਸਮਾਜ ਨੂੰ ਜਗਾਵੇ, ਉਹ ਸਮਾਜ ਦੇ ਜਿਹੜੇ ਉਹ ਅਣਛੁਪੇ ਪਹਿਲੂ ਹੈ, ਉਹ ਜਿਹੜੇ ਛੁਪੇ ਹੋਏ ਪਹਿਲੂ ਹੈ ਉਹਨਾਂ ਨੂੰ ਉਹ ਛੂਹੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਵੇ ਤੇ ਲੋਕਾਂ ਨੂੰ ਇੱਕ ਸੋਚਣ ਦਾ ਤਰੀਕਾ ਦਿਖਾਵੇ ਜਾਂ ਦੱਸੇ ਕਿ ਉਹ ਕਿਵੇਂ ਜ਼ਿਆਦਾ ਤਰੀਕੇ ਵਧੇਰੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੋਚ ਸਕਦੇ ਹਨ ਤੇ ਉਹਨੂੰ ਉਸ ਸੋਚ ਨੂੰ ਕਿਰਿਆਨਵਿਤ ਕਰ ਸਕਦੇ ਹਨ ਸਮਾਜ ਦੇ ਵਧੇਰੇ ਫਾਇਦੇ ਦੇ ਲਈ, ਜਾਂ ਫਾਇਦੇ ਤੋਂ ਵੀ ਇੱਕ ਹੋਰ ਸੋਹਣਾ ਸ਼ਬਦ ਹੈ ਕਿ ਸਮਾਜ ਦੇ ਉત્ਥਾਨ ਦੇ ਲਈ। ਠੀਕ ਹੈ ਜੀ, ਨੈਕਸਟ ਹੈ ਭੱਜੀਆਂ ਬਾਹਾਂ ਅਤੇ ਚੌਥੀ ਕੂਟ। ਇਹਦਾ ਵਿਸ਼ਾ ਵਸਤੂ ਕੀ ਹੈ, ਖਾੜਕੂਵਾਦ ਬਨਾਮ ਅੰਤਕਵਾਦੀ ਲਹਿਰ ਨਾਲ ਸੰਬੰਧਿਤ ਹੈ। ਇਹ ਗਲਤੀ ਨਾਲ ਚੌਥਾ ਪੁਆਇੰਟ ਲਿਖ ਦਿੱਤਾ ਗਿਆ ਹੈ, ਇਹ ਤੀਸਰਾ ਪੁਆਇੰਟ ਹੀ ਹੈ। ਪੰਜਾਬ ਦੇ ਵਿੱਚ ਖਾੜਕੂਵਾਦ ਤੇ ਅੰਤਕਵਾਦ ਇਹਨੂੰ ਡਿਫਰੈਂਸ਼ੀਏਟ ਕਰਕੇ ਦੇਖਣ ਦੀ ਲੋੜ ਹੈ ਕਿ ਖਾੜਕੂਵਾਦ ਕੀ ਹੈ ਤੇ ਆਤੰਕਵਾਦ ਕੀ ਹੈ। ਖਾੜਕੂ ਕੋਈ ਵੀ ਜਿਹੜਾ ਹਥਿਆਰ ਚੱਕਦਾ ਹੈ, ਸੰਘਰਸ਼ ਵਿੱਢਦਾ ਹੈ, ਆਪਦੇ ਹੱਕਾਂ ਲਈ ਲੜਦਾ ਹੈ, ਕੋਈ ਵੀ ਹੋ ਸਕਦਾ ਹੈ। ਉਹ ਬਾਤ ਦੀ ਗੱਲ ਹੈ ਕਿ ਉਹਨਾਂ ਨੇ ਤਰੀਕਾ ਤਾਂ ਹਥਿਆਰਾਂ ਦਾ ਲੈ ਲਿਆ, ਹਿੰਸਾ ਦਾ ਲੈ ਲਿਆ, ਪਰ ਉਹਨਾਂ ਨੇ ਹਿੰਸਾ ਨੂੰ ਕਿੱਥੋਂ ਤੱਕ ਰੋਕ ਕੇ ਰੱਖਿਆ ਕਿ ਉਹਦੇ ਵਿੱਚ ਕੋਈ ਧੱਕੇ ਤਾਂ ਨਹੀਂ ਹੋਏ, ਉਹਦੇ ਵਿੱਚ ਅਨਿਆਏ ਤਾਂ ਨਹੀਂ ਹੋਏ, ਜ਼ਬਰ ਜ਼ੁਲਮ ਤਾਂ ਨਹੀਂ ਹੋਏ, ਉਹਨੂੰ ਦੇਖਣ ਦੀ ਲੋੜ ਹੈ। ਜੇ ਜ਼ਬਰ ਜ਼ੁਲਮ ਹੋਣਗੇ, ਅਨਿਆਏ ਹੋਊਗਾ, ਧੱਕਾ ਹੋਊਗਾ ਤਾਂ ਉਹੀ ਖਾੜਕੂਵਾਦ ਆਤੰਕਵਾਦ ਦਾ ਰੂਪ ਲੈ ਜਾਊਗਾ। ਤੇ ਨਾਰਮਲੀ ਪੰਜਾਬ 'ਚ ਆਪਾਂ ਇਹ ਕਹਿੰਦੇ ਕਿ ਵੀ ਆਤੰਕਵਾਦ ਸੀਗਾ, ਤਾਂ ਇਹਦੇ ਉੱਪਰ ਵੀ ਬੜੀ ਬਹਿਸ ਚੱਲਦੀ ਹੈ, ਖਾੜਕੂਵਾਦ ਬਨਾਮ ਆਤੰਕਵਾਦ ਲਹਿਰ। ਠੀਕ ਹੈ ਜੀ, ਇਹਦੇ ਉੱਪਰ ਇਹਨਾਂ ਨੇ 2 ਆਪਣੀ ਕਹਾਣੀਆਂ ਜਿਹੜੇ ਹੈ ਸੰਗ੍ਰਹਿ, ਕਹਾਣੀ ਸੰਗ੍ਰਹਿ ਚੌਥੀ ਕੂਟ ਤੇ ਭੱਜੀਆਂ ਬਾਹੀਂ ਲੇਤਾ। ਨੈਕਸਟ ਜਿਹੜਾ ਕਹਾਣੀ ਦੀ ਗੱਲ ਕਰਦੇ ਹਾਂ, ਮੈਂ ਰੋਣਾ ਲਵਾਂ ਇੱਕ ਵਾਰ, ਇਹ ਕਹਾਣੀ ਦਾ ਹੈ, ਮੈਂ ਰੋਣਾ ਲਵਾਂ ਇੱਕ ਵਾਰ ਤੇ 9 12 10 ਇਹ ਨਿਮਨ ਸ਼੍ਰੇਣੀਆਂ ਦੇ ਦਰਦ ਦੀ ਦਾਸਤਾਨ ਦੱਸਦੀਆਂ ਹਨ। ਇਹ ਕਹਾਣੀ ਤੁਹਾਨੂੰ ਵਿਸ਼ਾ ਵਸਤੂ ਦਿੱਤੀ ਗਈ ਹੈ ਇਸ ਟੌਪਿਕ ਦੇ ਵਿੱਚ ਕਿ ਕਿਹੜੀ ਕਹਾਣੀ ਸੰਗ੍ਰਹਿ ਦਾ ਜਾਂ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ, ਪੇਪਰ 'ਚ ਸਵਾਲ ਬਣ ਜਾਊਗਾ। ਤਾਂ ਮੈਂ ਰੋਣਾ ਲਵਾਂ ਇੱਕ ਵਾਰ ਤੇ 9 12 10 ਬਹੁਤ ਇਹਨਾਂ ਦੀ ਫੇਮਸ ਕਹਾਣੀ ਹੈ, ਇਹ ਇੱਕ ਮੈਂ ਕਿ 9 12 10 ਇਹ ਨਿਮਨ ਸ਼੍ਰੇਣੀ ਜਿਹੜੀ ਹੈ ਦਵੀ ਕੁਚਲੀ ਕਲਾਸ ਹੈ ਉਹਨਾਂ ਦੀ ਦਰਦ ਦੀ ਦਾਸਤਾਨ ਨੂੰ ਜ਼ਾਹਿਰ ਕਰਦੀ ਹੈ। ਮੈਂ ਰੋਣਾ ਲਵਾਂ ਇੱਕ ਵਾਰ ਤੇ 9 12 10 ਖਾੜਕੂਵਾਦ ਤੇ ਆਤੰਕਵਾਦ ਦੇ ਲਈ ਭੱਜੀਆਂ ਬਾਹਾਂ ਤੇ ਚੌਥੀ ਕੂਟ। ਅੰਗ ਸੰਗ ਦੇ ਵਿੱਚ ਸਮਾਜਿਕ ਚੇਤਨਾ ਨੂੰ ਜਗਾਇਆ ਗਿਆ ਹੈ। ਲੋਹੇ ਦੇ ਹੱਥ ਦੇ ਵਿੱਚ ਨਕਸਲਵਾੜੀ ਲਹਿਰ ਦੇ ਬਾਰੇ ਗੱਲ ਕੀਤੀ ਗਈ ਹੈ। ਇਹ ਸਾਰੇ ਵਿਸ਼ਾ ਵਸਤੂ ਹਨ। ਠੀਕ ਹੈ ਜੀ, ਹੁਣ ਇਹਨਾਂ ਦੇ ਜਿਹੜੇ ਇੰਪੋਰਟੈਂਟ ਰਚਨਾਵਾਂ ਹੈ ਉਹਨਾਂ ਦੇ ਨਾਮ ਇੱਥੇ ਇਕੱਠੇ ਕੀਤੇ ਗਏ ਹਨ। ਵਾਪਸੀ ਬਹੁਤ ਖੂਬਸੂਰਤ ਕਹਾਣੀ ਹੈ, ਇਹਨੂੰ ਆਪਾਂ ਚਿਤਰਿਤ ਕਰਾਂਗੇ। ਵਾਪਸੀ ਨੂੰ, ਵਾਪਸੀ, ਡੂਮ, ਅੰਗ ਸੰਗ, ਸੁਨਹਿਰੀ ਕਣਕਾ, ਕੁਰਾਹੀਆ, ਭੱਜੀਆਂ ਬਾਹੀਂ, ਹੁਣ ਮੈਂ ਠੀਕ ਠਾਕ ਹਾਂ, ਚੌਥੀ ਕੂਟ, 9 12 10 ਵਰਿਆਮ ਸਿੰਘ ਸੰਧੂ ਜੀ ਦੀਆਂ ਵਿਸ਼ਵ ਪੱਧਰ ਦੀਆਂ ਮਸ਼ਹੂਰ ਕਹਾਣੀਆਂ ਹਨ। ਇਹ ਕਹਾਣੀਆਂ ਦੇ ਨਾਮ ਤੁਸੀਂ ਸਾਰੇ ਯਾਦ ਕਰਨੇ ਆ ਚੰਗੀ ਤਰ੍ਹਾਂ। ਠੀਕ ਹੈ, ਬਾਰ-ਬਾਰ ਆਪਾਂ ਨਾਮ ਲੈ ਰਹੇ ਹਾਂ, ਕੁਝ ਦੇ ਨਾਮ ਤੁਹਾਨੂੰ ਯਾਦ ਵੀ ਹੋ ਗਏ ਹੋਣਗੇ, ਜਿਵੇਂ ਕਿ ਲੋਹੇ ਦੇ ਹੱਥ, ਅੰਗ ਸੰਗ, ਚੌਥੀ ਕੂਟ। ਇਹ 3 ਇੰਪੋਰਟੈਂਟ ਕਹਾਣੀ ਸੰਗ੍ਰਹਿ ਇਹਨਾਂ ਦੇ ਹੈਗੇ, ਆਪਾਂ ਡਿਸਕਸ ਕੀਤੇ ਹੈ। ਠੀਕ ਹੈ ਜੀ, ਓਕੇ। ਵਾਪਸੀ, ਡੂਮ, ਅੰਗ ਸੰਗ, ਸੁਨਹਿਰੀ ਕਣਕਾ, ਕੁਰਾਹੀਆ, ਭੱਜੀਆਂ ਬਾਹੀਂ, ਹੁਣ ਮੈਂ ਠੀਕ ਠਾਕ ਹਾਂ, ਚੌਥੀ ਕੂਟ, 9 12 10 ਵਰਿਆਮ ਸਿੰਘ ਸੰਧੂ ਜੀ ਦੀਆਂ ਵਿਸ਼ਵ ਪੱਧਰ ਦੀਆਂ ਮਸ਼ਹੂਰ ਰਚਨਾਵਾਂ ਹਨ। ਯਾਨੀ ਕਿ ਉਹ ਰਚਨਾਵਾਂ ਹਨ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵ ਪੱਧਰ ਦੇ ਉੱਤੇ ਇੱਕ ਸਾਰਥਕ ਕਹਾਣੀਕਾਰ ਦੇ ਰੂਪ ਦੇ ਵਿੱਚ ਖੜਾ ਕੀਤਾ। ਅੱਗੇ ਚੱਲਦੇ ਹਾਂ ਜੀ, ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ, ਇਹਦਾ ਦੇਖ ਲੈਣਾ। ਓਕੇ, ਇਹ ਉਹ ਲਿਸਟ ਤਿਆਰ ਕੀਤੀ ਗਈ ਹੈ ਜਿਹੜੀ ਕਿ ਇਹਨਾਂ ਨੇ ਕਹਾਣੀਆਂ ਲਿਖੀਆਂ ਹਨ। ਠੀਕ ਹੈ ਜੀ, ਉਹਦੇ ਵਿੱਚ ਆਪਾਂ ਜਿਹੜੀ ਗੱਲ ਕਰ ਚੁੱਕੇ ਹਾਂ ਕਿ ਵੀ 20 ਤੋਂ 25 ਕਹਾਣੀ, ਉਹਦੇ ਵਿੱਚ ਅਸੀਂ 20 ਕੀ ਕਹਾਣੀਆਂ ਕੱਢੀਆਂ ਹਨ। 9 12 10 ਬਹੁਤ ਇੰਪੋਰਟੈਂਟ, ਉਸ ਤੋਂ ਬਾਅਦ ਸ਼ਬਦਾਂ ਦੀ ਤਾਕਤ ਬਹੁਤ ਇੰਪੋਰਟੈਂਟ,
ठीक है जी। उस तो बाद थोड़ा अपना अपना हिस्सा बहुत इंपॉर्टेंट, अंग संग बहुत इंपॉर्टेंट, चौथी कूट बहुत इंपॉर्टेंट, लोहे दे हाथ भजियां बाही इंपॉर्टेंट। उस तो बाद थोड़ा वापसी बहुत इंपॉर्टेंट। बाकी ਇਹਦੇ ਨਾਮ ਜਿਹੜੇ ਹੈ ਇਹ ਤੁਸੀਂ ਦੇਖ ਲੈਣੇ ਹੈ ਕਿ ਇਹ ਨਾਮ ਦੀਆਂ ਇਹਨਾਂ ਦੀਆਂ ਕਹਾਣੀਆਂ ਹਨ ਤੇ ਉਹ ਪੇਪਰ 'ਚ ਕਈ ਵਾਰੀ ਕੀ ਹੁੰਦਾ ਕਿ ਪੇਪਰ ਸੈਟਰ ਇਸ ਤਰ੍ਹਾਂ ਚਲਾ ਜਾਂਦਾ ਕਿ ਮੋਸਟ ਇੰਪੋਰਟੈਂਟ ਚੀਜ਼ਾਂ ਨੂੰ ਛੱਡ ਜਾਂਦਾ ਹੈ, ਘੱਟ ਇੰਪੋਰਟੈਂਟ ਚੀਜ਼ਾਂ ਨੂੰ ਵੀ ਛੱਡ ਜਾਂਦਾ ਹੈ ਤੇ ਜਿਹੜੀਆਂ ਕਿ ਬਹੁਤ ਹੀ ਘੱਟ ਧਿਆਨ ਦੇਣ ਵਾਲੀਆਂ ਗੱਲਾਂ ਹੁੰਦੀਆਂ ਹਨ ਉਹਨਾਂ ਨੂੰ ਉਹ ਪੇਪਰ 'ਚ ਸੈੱਟ ਕਰ ਲੈਂਦਾ ਹੈ। ਇਸ ਲਈ ਇਸ ਮਜਬੂਰੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਲਿਸਟ ਨੂੰ ਆਪਾਂ ਨੂੰ ਯਾਦ ਕਰਨਾ ਪਊਗਾ, ਠੀਕ ਹੈ ਜੀ। ਉਹਦੇ ਵਿੱਚ ਮੈਂ ਮੋਸਟ ਇੰਪੋਰਟੈਂਟ ਤੁਹਾਨੂੰ ਦੱਸਦੀਆਂ ਹੈਗੀਆਂ, ਹੋਰ ਵੀ ਤੁਸੀਂ ਦੇਖਣੀਆਂ ਹੈ। ਆਪਣੀ ਮਾਂ, ਮੇਰੀ ਮੈਂ, सुनहरी किनारी वाला बदल, ठीक है जी, काली धुप, काहड़, दलदल, अंग संग, ये तो ਆਪਾਂ डिस्कस कर ही लिया है। ਅੱਖਾਂ ਵਿੱਚ ਮਰ ਗਈ ਖੁਸ਼ੀ, ਅਸੀਂ ਕੀ ਬਣ ਗਏ, ਰਿਮਝਿਮ ਪਰਬਤ। ਦੇਖੋ ਇਹਨਾਂ ਦੀ ਸ਼ਬਦਾਂ ਤੋਂ ਇਹ ਲੱਗਦਾ ਕਿ ਕਿੰਨਾ ਜ਼ਿਆਦਾ ਇਹ ਆਪਦਾ ਆਤਮ ਮੰਥਨ ਕਰਨ ਦੀ ਗੱਲ ਕਰਦੇ ਹੈ ਆਮ ਇਨਸਾਨ, ਠੀਕ ਹੈ। ਇਹ ਸਾਰੀ ਕਹਾਣੀਆਂ ਦੀ ਸੂਚੀ ਹੈ, ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਹੈ, ਰਾਈਟ, ਓਕੇ। ਲਾਸਟ ਸਲਾਈਡ ਦੇ ਉੱਪਰ ਚੱਲਦੇ ਹਾਂ ਆਪਾਂ। कहानीकार वरयाम सिंह संधू जी ਨੂੰ ਮਿਲੇ ਹੋਏ ਬੁੱਕ ਇਨਾਮ। ਦੇਖੋ ਇੱਕ ਕੋਈ ਲੇਖਕ ਹੈ, ਰਾਈਟਰ ਹੈ, ਜੇ ਉਹਨਾਂ ਨੂੰ ਆਪਾਂ ਸ਼ਲਾਘਾ ਨਹੀਂ ਦਵਾਂਗੇ, ਉਹਨਾਂ ਦੇ ਕੰਮ ਨੂੰ ਆਪਾਂ ਸਰਾਹਾਂਗੇ ਨਹੀਂ ਤਾਂ ਫਿਰ ਉਹਨਾਂ ਦਾ ਉਤਸ਼ਾਹ ਮਰ ਜਾਂਦਾ ਹੈ। ਡੈਫੀਨਿਟਲੀ ਇਸ ਲਈ ਪ੍ਰਾਈਜ਼ਸ ਰੱਖੇ ਗਏ ਹੈ, ਇਸ ਲਈ ਪੁਰਸਕਾਰ ਰੱਖੇ ਗਏ ਹੈ। ਇਹਨਾਂ ਨੂੰ ਬੜੇ ਵਧੀਆ ਵਧੀਆ ਪ੍ਰਾਈਜ਼, ਇਹਨਾਂ ਨੂੰ ਇਨਾਮ ਦਿੱਤੇ ਗਏ ਹਨ ਆਪਣੀ ਕਹਾਣੀਆਂ ਨੂੰ ਲਿਖਣ ਦੇ ਕਰਕੇ। ਚੌਥੀ ਕੁੱਟ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਭ ਤੋਂ ਵੱਡਾ ਜਿਹੜਾ ਦੇਸ਼ ਦਾ ਦੂਜੇ ਨੰਬਰ ਦਾ ਸਾਹਿਤਿਕ ਦੁਨੀਆ ਦਾ पुरस्कार है साहित्य अकादमी पुरस्कार, ज्ञानपीठ पुरस्कार तो बाद ਉਹ ਇਹਨਾਂ ਨੂੰ ਦਿੱਤਾ ਗਿਆ ਹੈ। ਪਰ ਇਹਨਾਂ ਨੂੰ ਸਭ ਤੋਂ ਵਧੀਆ ਜਿਹੜਾ ਮਤਲਬ ਇੰਪੋਰਟੈਂਟ ਦੇ ਐਂਗਲ ਤੋਂ ਆਪਾਂ ਗੱਲ ਕਰੀਏ ਤਾਂ 1980 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਦਿੱਤਾ ਗਿਆ ਭਾਈ ਵੀਰ ਸਿੰਘ ਇਨਾਮ ਹੈ, ਠੀਕ ਹੈ। ਭਾਈ ਵੀਰ ਸਿੰਘ ਇਨਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਿੰਦੀ ਹੈ। ਸਾਲ 1980 ਦੇ ਵਿੱਚ ਵਰਿਆਮ ਸਿੰਘ ਸੰਧੂ ਜੀ ਨੂੰ ਇਹ ਦਿੱਤਾ ਗਿਆ। 1981 ਵਿੱਚ ਪੰਜਾਬ ਸਾਹਿਤ ਅਕਾਦਮੀ ਇਨਾਮ ਇਹਨਾਂ ਨੂੰ ਦਿੱਤਾ ਗਿਆ। ਪੰਜਾਬ ਸਾਹਿਤ ਅਕਾਦਮੀ ਦੇ ਉੱਪਰ ਆਪਾਂ ਗੱਲ ਕਰਾਂਗੇ, ਇਹਦੇ ਲਈ ਆਪਾਂ ਟੌਪਿਕ ਬਣਾਵਾਂਗੇ ਕਿਹੜੇ ਕਿਹੜੇ ਪੁਰਸਕਾਰ ਹਨ, ਉਹਨਾਂ ਪੁਰਸਕਾਰ ਨੂੰ ਡਿਸਕਸ ਕਰਦਾ ਕਿਉਂਕਿ ਪੇਪਰ 'ਚ ਉਹ ਵੀ ਸਵਾਲ ਫਸਣਗੇ। ਉਸ ਤੋਂ ਬਾਅਦ ਕਿਹੜੀ ਕਿਹੜੀਆਂ ਅਕਾਦਮੀਆਂ ਹਨ ਸਾਹਿਤ ਨਾਲ ਜੁੜੀਆਂ ਹੋਈਆਂ, ਉਹਨੂੰ ਵੀ ਆਪਾਂ ਡਿਸਕਸ ਕਰਾਂਗੇ। ਕਿਹੜੀਆਂ ਕਿਹੜੀਆਂ ਮੈਗਜ਼ੀਨਸ ਹਨ ਸਾਹਿਤ ਨਾਲ ਜੁੜੀਆਂ ਹੋਈਆਂ, ਉਹਨੂੰ ਵੀ ਆਪਾਂ ਡਿਸਕਸ ਕਰਾਂਗੇ। ਇਹ ਆਪਣੇ ਲੈਕਚਰਸ ਬਣਨਗੇ ਅੱਗੇ ਆਉਣ ਵਾਲੇ ਸਮੇਂ 'ਚ। ਸਾਲ 2000 ਵਿੱਚ ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਚੌਥੀ ਕੂਟ ਲਈ ਇਹਨਾਂ ਨੂੰ ਦਿੱਤਾ ਗਿਆ, ਠੀਕ ਹੈ ਜੀ। ਇਹਨਾਂ ਨੂੰ ਰਾਸ਼ਟਰੀ ਪੱਧਰ ਦਾ ਕਹਾਣੀਕਾਰ ਬਣਾ ਦਿੱਤਾ ਗਿਆ। ਸਾਲ 2003 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਭਾਸ਼ਾ ਵਿਭਾਗ ਦੁਆਰਾ ਇਹਨਾਂ ਨੂੰ ਦਿੱਤਾ ਗਿਆ। ਭਾਸ਼ਾ ਵਿਭਾਗ ਦੁਆਰਾ ਇਹਨਾਂ ਨੂੰ ਪ੍ਰਾਈਜ਼ ਦਿੱਤਾ ਗਿਆ, ਠੀਕ ਹੈ। ਸਾਲ 2018 ਵਿੱਚ ਪੰਜਾਬ ਗੌਰਵ ਪੁਰਸਕਾਰ ਜਿਹੜਾ ਕਿ ਪੰਜਾਬ ਆਰਟ ਪੁਰਸਕਾਰ ਵਜੋਂ ਦਿੱਤਾ ਗਿਆ। ਇਹ ਕੁਝ ਪੁਰਸਕਾਰ ਹਨ ਜਿਹੜੇ ਕਿ ਜਿਨ੍ਹਾਂ ਪੁਰਸਕਾਰਾਂ ਨਾਲ ਇਹਨਾਂ ਨੂੰ ਨਵਾਜ਼ਿਆ ਗਿਆ ਹੈ। ਤਾਂ ਟੌਪਿਕ ਨੂੰ ਕੰਪਾਈਲ ਕਰਦੇ ਹੋਏ ਇਹ ਐਡਵਾਈਜ਼ੇਬਲ ਹੈ ਸਟੂਡੈਂਟਸ ਨੂੰ ਕਿ ਉਹ ਕੀ ਕਰਨ, ਕਿ ਉਹ ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਇਹ ਕਹਾਣੀਕਾਰ ਹੈ ਇਹਨਾਂ ਦੀ ਮਾਨਸਿਕ ਸਥਿਤੀ ਕਿ ਇਹ ਕਿਸ ਅਪਰੋਚ ਨਾਲ, ਕਿਸ ਸੋਚ ਨਾਲ ਤੇ ਸਮਝ ਨਾਲ, ਕਿਸ ਵਿਚਾਰਧਾਰਾ ਨਾਲ ਇਹ ਆਪਦੀ ਗੱਲਾਂ ਨੂੰ ਕਹਿੰਦੇ ਹਨ, ਲਿਖਦੇ ਹਨ, ਉਹ ਸਮਝਣ। ਉਸ ਤੋਂ ਬਾਅਦ ਆਪਦੀ ਕਹਾਣੀਆਂ ਦੇ ਵਿੱਚ ਇਹਨਾਂ ਨੇ ਵਿਸ਼ਾ ਵਸਤੂ ਕਿਹਨੂੰ ਬਣਾਇਆ ਹੈ ਉਹਦੇ ਬਾਰੇ ਦੱਸਣ। ਉਸ ਤੋਂ ਬਾਅਦ ਇਹਨਾਂ ਵਿਸ਼ਾ ਵਸਤੂ ਨੂੰ ਬਣਾਉਂਦੇ ਹੋਏ ਇਹਨਾਂ ਨੇ ਕਿਹੜੀਆਂ ਕਿਹੜੀਆਂ ਕਹਾਣੀਆਂ ਲਿਖੀਆਂ ਹਨ ਉਹਦੇ ਉੱਪਰ ਸਟੂਡੈਂਟਸ ਆਪਦੇ ਨੋਟਸ ਤਿਆਰ ਕਰ ਲੈਣ, ਉਹਨੂੰ ਯਾਦ ਕਰਨ। ਉਸ ਤੋਂ ਬਾਅਦ ਜਿਹੜੀਆਂ ਟੋਟਲ ਕਹਾਣੀ ਦੀ ਲਿਸਟ ਅਸੀਂ ਦੇ ਕੇ ਜਾ ਰਹੇ ਹਾਂ ਉਹਨਾਂ ਨੂੰ ਯਾਦ ਕਰ ਲੈਣ, ਰਾਈਟ ਜੀ। ਉਸ ਤੋਂ ਬਾਅਦ ਫਿਰ ਜਿਹੜਾ ਇਹ ਤੁਹਾਡਾ ਪੁਰਸਕਾਰ ਇਹਨਾਂ ਨੂੰ ਦਿੱਤੇ ਗਏ ਆ ਉਹਨਾਂ ਦੇ ਉੱਪਰ ਉਹ ਕੈਂਡੀਡੇਟਸ ਆਪਦੀ ਇਨਫੋਰਮੇਸ਼ਨ ਨੂੰ ਕਰੈਕਟ ਕਰਕੇ ਤੇ ਉਹਨੂੰ ਮੈਮੋਰਾਈਜ਼ ਕਰ ਲੈਣ। ਤੇ ਇਸ ਤੋਂ ਬਾਅਦ ਇਸ ਲੈਕਚਰ ਤੋਂ ਬਾਅਦ ਅਸੀਂ ਜਿਹੜਾ ਨੈਕਸਟ ਲੈਕਚਰ ਲੈ ਕੇ ਆਵਾਂਗੇ ਉਹ ਇੱਕ ਲੈਕਚਰ ਜਿਹੜਾ ਇੱਕ ਇੰਪੋਰਟੈਂਟ ਕਹਾਣੀ ਹੈ ਉਹਨੂੰ ਆਪਾਂ ਚਿਤਰਿਤ ਕਰਾਂਗੇ ਕਿ ਕਿਹੜੀ ਕਹਾਣੀ ਦੇ ਵਿੱਚ ਕੌਣ-ਕੌਣ ਪਾਤਰ ਹਨ, ਕਹਾਣੀ 'ਚ ਫਿਰ ਹੁੰਦਾ ਕੀ ਹੈ, ਫਿਰ ਕਿਵੇਂ ਇਹ ਕਹਾਣੀ ਅੱਗੇ ਚੱਲਦੀ ਹੈ, ਕਹਾਣੀ ਦਾ ਕੀ ਸਾਰ ਨਿਕਲਦਾ ਹੈ। ਇਹ ਸਾਰਾ ਆਪਾਂ 3 ਜਾਂ 4 ਕਹਾਣੀਆਂ ਨੂੰ ਚਿਤਰਿਤ ਕਰਨਾ ਹੈ, ਉਹ ਆਪਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਚਿਤਰਿਤ ਕਰਾਂਗੇ। ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਮ ਕੇ ਮਿਹਨਤ ਕਰੋ। ਥੈਂਕ ਯੂ ਵੈਰੀ ਮਚ।